list which is assigned from January to April 2022 according to Kiran Makkar. ਜਿਹੜਾ ਅੱਜ ਦਾ ਕਿਊ ਕਾਰਡ ਹੈ that is about you have to describe a thing you did to learn another language. देखो ਇਹ ਕਿਊ ਕਾਰਡ ਦੇ ਮੁਤਾਬਕ ਤੁਸੀਂ ਕੋਈ ਐਸੀ ਚੀਜ਼ ਦੇ ਬਾਰੇ ਗੱਲ ਕਰਨੀ ਹੈ ਜਾਂ ਕੋਈ ਐਸਾ ਐਲੀਮੈਂਟ ਦੇ ਬਾਰੇ ਗੱਲ ਕਰਨੀ ਹੈ ਜਿਸ ਨੇ ਤੁਹਾਡੀ ਹੈਲਪ ਕੀਤੀ ਹੈ ਕਿਸੇ ਅਨਦਰ ਲੈਂਗੁਏਜ ਮਤਲਬ ਕੋਈ ਕਿਸੇ ਦੂਜੀ ਭਾਸ਼ਾ ਨੂੰ ਸਿਖਾਉਣ ਦੇ ਵਿੱਚ। ਇਹਦੇ ਪਹਿਲੇ ਸਬ ਕੁਐਸਚਨਸ ਦੇਖ ਲੈਂਦੇ ਆ। what language you learned, what you did, how it helped you learn the language and how you felt about it। ਦੇ ਸਬ ਕੁਐਸਚਨ ਦੇ ਅਕੋਰਡਿੰਗਲੀ ਕੀ ਪੁੱਛ ਰਿਹਾ ਤੁਹਾਡੇ ਤੋਂ ਕਿ ਕਿਹੜੀ ਲੈਂਗੁਏਜ ਤੁਸੀਂ ਸਿੱਖੀ, ਤੁਸੀਂ ਕੀ ਕੀਤਾ ਸਿੱਖਣ ਦੇ ਲਈ, ਤੇ ਮਤਲਬ ਜਿਸ ਚੀਜ਼ ਤੋਂ ਤੁਸੀਂ ਇਹ ਸਿੱਖਿਆ ਜਿਹੜੇ ਐਲੀਮੈਂਟ ਨੂੰ ਤੁਸੀਂ ਜਿਸ ਤੋਂ ਹੈਲਪ ਲਈ ਤਾਂ ਉਹਨੇ ਕਿਸ ਤਰੀਕੇ ਨਾਲ ਤੁਹਾਡੀ ਹੈਲਪ ਕੀਤੀ ਇਸ ਲੈਂਗੁਏਜ ਨੂੰ ਸਿਖਾਉਣ ਦੇ ਲਈ। ਤੇ ਜਦੋਂ ਤੁਸੀਂ ਉਹ ਲੈਂਗੁਏਜ ਸਿੱਖ ਲਈ ਜਾਂ ਉਸ ਐਲੀਮੈਂਟ ਨੂੰ ਯੂਟੀਲਾਈਜ਼ ਕਰ ਲਿਆ ਤਾਂ ਕਿੱਦਾਂ ਦਾ ਫੀਲ ਕੀਤਾ ਉਸ ਤੋਂ ਬਾਅਦ। ਦੇਖੋ ਹੁਣ ਜਿਹੜਾ ਇਹ ਵਾਲਾ ਕਿਊ ਕਾਰਡ ਹੈ ਤੁਹਾਡਾ ਇਹ ਮੈਂ ਫਰੈਂਚ ਲੈਂਗੁਏਜ 'ਤੇ ਬਣਾਇਆ ਹੋਇਆ, ਠੀਕ ਹੈ। ਉਹਦਾ ਜਿਹੜਾ ਇੱਕ ਬੇਸਿਕ ਰੀਜ਼ਨ ਜਿਹੜਾ ਮੈਂ ਮਤਲਬ ਮੰਨਿਆ ਉਹ ਇਹੀ ਸੀਗਾ ਕਿ ਆਪਣੇ 'ਚੋਂ ਮੋਸਟ ਆਫ ਸਟੂਡੈਂਟਸ ਜਿਹੜੇ ਹੁੰਦੇ ਆ ਉਹ ਕੈਨੇਡਾ ਨੂੰ ਜ਼ਿਆਦਾ ਫੋਕਸ ਕਰਦੇ ਆ ਆਫਟਰ ਆਇਲਸ ਐਗਜ਼ਾਮ। ਤਾਂ ਕੈਨੇਡਾ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਫਰੈਂਚ ਜਿਹੜੀ ਹੈਗੀ ਹੈ ਇੱਕ ਆਫੀਸ਼ੀਅਲ ਲੈਂਗੁਏਜ ਆ ਉਹਨਾਂ ਦੀ, ਅਤੇ ਇੰਗਲਿਸ਼ ਅਤੇ ਫਰੈਂਚ ਦੋਨੋਂ ਕੈਨੇਡਾ ਦੀਆਂ ਆਫੀਸ਼ੀਅਲ ਲੈਂਗੁਏਜਿਸ ਹੋਣ ਕਰਕੇ ਤਾਂ ਇਹਦੀ ਇੱਕ ਐਡਵਾਂਟੇਜ ਵੀ ਹੈ ਜਿਹੜੀ ਤੁਹਾਨੂੰ ਉੱਥੇ ਤੁਹਾਡੀਆਂ ਜੋਬ ਅਪੋਰਚੁਨਿਟੀਜ਼ ਵਧਾ ਦਿੰਦੀਆਂ ਨੇ ਅਤੇ ਤੁਹਾਡਾ ਇੱਕ ਜੋ ਸੋਸ਼ਲ ਸਰਕਲ ਹੈਗਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੰਪਰੂਵਮੈਂਟਸ ਕਰ ਦਿੰਦੀਆਂ ਨੇ। ਤਾਂ ਮੈਂ ਇਸ ਲੈਂਗੁਏਜ ਦੇ ਅਕੋਰਡਿੰਗਲੀ ਇਸ ਕਿਊ ਕਾਰਡ ਨੂੰ ਸਾਹਮਣੇ ਰੱਖ ਰਿਹਾ ਤੁਹਾਡੇ, ਠੀਕ ਹੈ। ਅਤੇ ਸਟਾਰਟਿੰਗ ਫਿਰ ਆਪਾਂ ਇਹਦੀ ਸੇਮ ਐਜ਼ ਉਹੀ ਇੰਟਰੋਡਕਸ਼ਨ ਤੋਂ ਕਰਦੇ ਹਾਂ ਸਲਾਈਡ। ਤਾਂ ਮੈਂ ਹੁਣ ਸਟਾਰਟ ਕਰ ਰਿਹਾ। although I am a multilingual person and able to understand 3 languages such as English, Hindi and my mother tongue Punjabi, but I have curiosity to get knowledge about other foreign languages. I often do slight efforts to experience those with various methods. Here I would like to talk about my recent efforts to learn a very alien language through YouTube tutorials along with some mobile apps. देखो इंट्रो के अकॉर्डिंग आप की कह रहे हैं कि although मैं एक मल्टीलिंगुअल पर्सन हाँ ਤੇ ਮੈਂ ਕਾਬਿਲ ਹੈਗਾ 3 ਲੈਂਗੁਏਜਿਸ ਨੂੰ ਅੰਡਰਸਟੈਂਡ ਕਰਨ ਦੇ ਲਈ, ਇੰਗਲਿਸ਼, ਪੰਜਾਬੀ ਅਤੇ ਮੇਰੀ ਮਦਰ ਟੰਗ ਹਿੰਦੀ ਅਤੇ ਮੇਰੀ ਮਦਰ ਟੰਗ ਪੰਜਾਬੀ। ਪਰ ਮੇਰੇ ਅੰਦਰ ਇੱਕ ਕਿਉਰਿਓਸਿਟੀ ਵੀ ਹੈ ਇੱਕ ਨੌਲੇਜ ਨੂੰ ਗੈਦਰ ਕਰਨ ਦੀ, ਨੌਲੇਜ ਇਕੱਠੀ ਕਰਨ ਦੀ ਅਬਾਊਟ ਅਦਰ ਜਿਹੜੀਆਂ ਕੋਈ ਹੋਰ ਫੋਰਨ ਲੈਂਗੁਏਜਿਸ ਹੋਣ, ਅਤੇ ਇਹਨਾਂ ਦੇ ਲਈ ਮੈਂ ਥੋੜ੍ਹੀ ਬਹੁਤ ਐਫਰਟਸ ਕਰਦਾ ਰਹਿੰਦਾ ਐਕਸਪੀਰੀਅੰਸ ਕਰਨ ਦੇ ਲਈ ਇਹਨਾਂ ਨੂੰ ਵਿਦ ਦਾ ਹੈਲਪ ਆਫ ਡਿਫਰੈਂਟ ਮੈਥਡਸ। ਅਤੇ ਮੈਂ ਇੱਥੇ ਤੁਹਾਡੇ ਨਾਲ ਜੋ ਗੱਲ ਕਰਨ ਜਾ ਰਿਹਾ ਮੇਰੇ ਰੀਸੈਂਟ ਜੋ ਮੈਂ ਐਫਰਟਸ ਕੀਤੇ ਇੱਕ ਲੈਂਗੁਏਜ ਨੂੰ ਸਿੱਖਣ ਦੇ ਲਈ, ਜੋ ਲੈਂਗੁਏਜ ਮੇਰੇ ਲਈ ਬਹੁਤ ਅਜੀਬ ਸੀ, ਵੈਰੀ ਏਲੀਅਨ ਮੀਨਸ ਬਿਲਕੁਲ ਜਿਸ ਨੂੰ ਮੈਂ ਫਸਟ ਟਾਈਮ ਐਕਸਪੀਰੀਅੰਸ ਕੀਤਾ ਥਰੂ YouTube ਟਿਊਟੋਰੀਅਲਸ ਦੇ ਅਤੇ ਨਾਲ ਕੁਛ ਮੋਬਾਈਲ ਐਪਲੀਕੇਸ਼ਨਸ 'ਤੇ, ਠੀਕ ਹੈ। ਤਾਂ ਹੁਣ ਆਪਾਂ ਆ ਰਹੇ ਆਪਣੇ ਮੇਨ ਥੀਮ 'ਤੇ। couple of weeks ago one of my friend who is living in Canada had told me about the advantage of French language. As I am also going to that place soon, so I took his suggestion as a serious note and started searching for any good place where I can learn it, but unfortunately I didn't find any institute at my hometown. Then I decided to learn some basics from YouTube, and after random search I got a channel of Mr. James who provides regular video lessons for basic students and started following his path to reach at my goal. ਦੇਖੋ ਇਸ ਦੇ ਵਿੱਚ ਆਪਾਂ ਜਿਹੜੀਆਂ ਬੇਸਿਕਲੀ ਆਪਣੇ ਸਟਾਰਟਿੰਗ ਦੇ ਜਿਹੜੇ 2 ਸਬ ਕੁਐਸਚਨ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਹੜੀ ਲੈਂਗੁਏਜ ਸਿੱਖੀ ਅਤੇ ਤੁਸੀਂ ਕਿਸ ਤਰ੍ਹਾਂ ਸਿੱਖੀ ਜਾਂ ਕੀ ਕੀਤਾ ਉਸ ਨੂੰ ਸਿੱਖਣ ਦੇ ਲਈ, ਠੀਕ ਹੈ। ਤਾਂ ਇਸ 'ਤੇ ਆਪਣਾ ਫੋਕਸ ਹੈ। ਤਾਂ ਮੈਂ ਇਸ ਦੇ ਵਿੱਚ ਦੇਖੋ ਜੋ ਇਨੀਸ਼ੀਅਲੀ ਆਪਾਂ ਕੁਛ ਕੁ ਤਾਂ ਦੱਸਿਆ ਮੈਂ ਫਰੈਂਚ ਲੈਂਗੁਏਜ ਸਿੱਖਣਾ ਹੀ ਕਿਉਂ ਚਾਹੁੰਦਾ ਸੀ, ਤਾਂ ਉਹਦੇ ਲਈ ਆਪਾਂ ਇੱਕ ਅੱਧੀ ਲਾਈਨ ਜਿਹੜੀ ਹੈਗੀ ਸਟਾਰਟਿੰਗ ਦੇ ਵਿੱਚ ਬੋਲ ਦਾਂਗੇ ਕਿ ਕੁਛ ਕੁ ਹਫ਼ਤੇ ਪਹਿਲਾਂ ਮੇਰਾ ਇੱਕ ਫਰੈਂਡ ਜੋ ਕੈਨੇਡਾ ਦੇ ਵਿੱਚ ਰਹਿੰਦਾ
ਉਹਨੇ ਮੈਨੂੰ ਐਡਵਾਂਟੇਜ ਦੇ ਬਾਰੇ ਦੱਸਿਆ ਫ੍ਰੈਂਚ ਲੈਂਗੁਏਜ ਦੀ। ਤਾਂ ਮੈਂ ਵੀ ਜਿਵੇਂ ਕੈਨੇਡਾ ਜਾ ਰਿਹਾ ਜਲਦੀ, ਤਾਂ ਮੈਂ ਉਹਦੀ ਜਿਹੜੀ ਸੁਜੈਸ਼ਨ ਸੀ ਉਹਨੂੰ ਬਹੁਤ ਸੀਰੀਅਸ ਮੈਨਰ ਦੇ ਵਿੱਚ ਲਿਆ ਅਤੇ ਮੈਂ ਸਰਚ ਕਰਨਾ ਸਟਾਰਟ ਕਰਤਾ ਕਿ ਕੋਈ ਚੰਗੀ ਥਾਂ ਮੈਂ ਲੱਭ ਲਾਂ ਜਿੱਥੇ ਮੈਂ ਇਸ ਦੀ ਪ੍ਰੈਕਟਿਸ ਕਰ ਸਕਾਂ। ਬਟ ਮਾੜੀ ਕਿਸਮਤ ਨਾਲ ਮੈਨੂੰ ਮੇਰੇ ਹੋਮ ਟਾਊਨ ਦੇ ਵਿੱਚ ਕੋਈ ਐਸਾ ਇੰਸਟੀਟਿਊਟ ਨਹੀਂ ਮਿਲਿਆ। ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਕੁਛ ਬੇਸਿਕਸ ਜਿਹੜੇ ਹੈਗੇ ਆ ਉਹ YouTube ਤੋਂ ਕਰ ਲੈਣਾ। ਦੈਨ ਕੁਛ ਰੈਂਡਮ ਸਰਚ ਕਰਨ ਤੋਂ ਬਾਅਦ ਮੈਨੂੰ ਇੱਕ ਚੈਨਲ ਮਿਲਿਆ ਮਿਸਟਰ ਜੇਮਸ ਦਾ। ਮਿਸਟਰ ਜੇਮਸ ਮੈਂ ਪਿਛਲੇ ਕਿਊ ਕਾਰਡ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਿ ਇਹ ਇੱਕ ਲਾਈਕ ਵੈਸੇ ਹੀ ਆਪਾਂ ਨਾਮ ਜਿਹੜਾ ਇਮੇਜਿਨ ਕੀਤਾ ਹੋਇਆ, ਵੈਸੀ ਅਜ਼ੰਪਸ਼ਨ ਤੋਂ ਮੈਂ ਇੱਕ ਨਾਮ ਪਾਇਆ ਹੋਇਆ। ਤੁਸੀਂ ਕੋਈ ਵੀ ਨਾਮ ਚੇਂਜ ਕਰ ਸਕਦੇ ਹੋ, ਬਟ ਜਿਵੇਂ ਮੈਂ ਤੁਹਾਨੂੰ ਪਿਛਲੇ ਕਿਊ ਕਾਰਡ ਦੇ ਵਿੱਚ ਵੀ ਦੱਸਿਆ ਸੀ, ਨੇਮ ਟਰਾਈ ਕਰਿਓ ਕਿ ਜੇ ਪਾ ਸਕੋ ਕੁਛ ਫੋਰਨ ਨੇਮ ਹੋਵੇ, ਜ਼ਿਆਦਾ ਰੀਅਲਿਸਟਿਕ ਲੱਗਦਾ। ਠੀਕ ਹੈ, ਤਾਂ ਮੈਨੂੰ ਇੱਕ ਚੈਨਲ ਮਿਲਿਆ ਮਿਸਟਰ ਜੇਮਸ ਆ, ਜੋ ਪ੍ਰੋਵਾਈਡ ਕਰਦਾ ਇੱਕ ਰੈਗੂਲਰ ਵੀਡੀਓ ਲੈਸਨਸ ਉਹਨਾਂ ਸਟੂਡੈਂਟ ਦੇ ਲਾਈਕ ਜਿਹੜੇ ਬੇਸਿਕ ਸਟੂਡੈਂਟਸ ਹੁੰਦੇ ਆ, ਅਤੇ ਮੈਂ ਉਸ ਦੇ ਦੱਸੇ ਹੋਏ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਆਪਣੇ ਗੋਲ 'ਤੇ ਪਹੁੰਚਣ ਦੇ ਲਈ। ਠੀਕ ਹੈ, ਉਸ ਤੋਂ ਬਾਅਦ ਆਪਾਂ ਜਿਹੜੇ ਨੈਕਸਟ ਹੈਗੇ ਆ ਕਿਵੇਂ ਹੈਲਪ ਕੀਤੀ ਉਹ ਵਾਲੇ ਪੋਰਸ਼ਨ ਨੂੰ, ਅਤੇ ਮੈਂ ਕੀ ਫੀਲ ਕੀਤਾ ਇਹ ਵਾਲੇ ਸੈਕਸ਼ਨ ਨੂੰ ਆਪਾਂ ਇੱਥੇ ਕਵਰ ਕਰ ਰਹੇ ਹਾਂ। ਮੋਰਓਵਰ I had also downloaded some mobile applications of French quiz to enhance my mind. After around a week, I was able to speak some French words such as belle, temps, feuille, merci, bonjour. मैं इन्हों एक बार रिपीट कर देना। belle, temps, fille, merci, bonjour. However, I can't consider myself as a francophone person yet, but I have a confidence to understand any short conversation or any milestone of Canada if I have to face further with no choice. ਹੁਣ ਦੇਖੋ ਇਸ ਦੀ ਪੰਜਾਬੀ ਸਮਝੀਏ ਕਿ ਮੈਂ ਕੁਛ ਮੋਬਾਈਲ ਐਪਲੀਕੇਸ਼ਨਸ ਵੀ ਡਾਊਨਲੋਡ ਕੀਤੀਆਂ ਫਰੈਂਚ ਕੁਇਜ਼ ਦੇ ਅਕੋਰਡਿੰਗ, ਤਾਂ ਜੋ ਮੇਰਾ ਦਿਮਾਗ ਜਿਹੜਾ ਹੈਗਾ ਥੋੜ੍ਹਾ ਜਿਹਾ ਗ੍ਰੈਸਪ ਕਰ ਲਏ ਕੁਛ ਵੋਕੈਬਲਰੀ ਜਾਂ ਕੁਛ ਸੈਂਟੈਂਸ ਫਾਰਮੇਸ਼ਨ ਏਰੀਆ। ਠੀਕ ਹੈ, ਆਫਟਰ ਅਰਾਊਂਡ ਹਫਤੇ ਕੁ ਬਾਅਦ ਮੈਂ ਲਾਇਕ ਬਣ ਗਿਆ ਕੁਛ ਫਰੈਂਚ ਵਰਡਸ ਨੂੰ ਬੋਲਣ ਦੇ। ਠੀਕ ਹੈ, ਅਤੇ ਭਾਵੇਂ ਮੈਂ ਆਪਣੇ ਆਪ ਨੂੰ ਕੰਸੀਡਰ ਨਹੀਂ ਕਰਦਾ ਕਿ ਮੈਂ ਇੱਕ ਫਰੈਂਕੋਫੋਨ ਪਰਸਨ ਹਾਂ। ਫਰੈਂਕੋਫੋਨ ਆਪਾਂ ਬੋਲ ਸਕਦੇ ਹਾਂ ਵੀ ਜਿਹੜਾ ਪਰਸਨ ਫਲੂਐਂਟਲੀ ਫਰੈਂਚ ਲੈਂਗੁਏਜ ਨੂੰ ਬੋਲ ਸਕਦਾ ਹੋਵੇ, ਵੀ ਭਾਵੇਂ ਮੈਂ ਆਪਦੇ ਆਪ ਨੂੰ ਮੰਨਦਾ ਨਹੀਂ ਹੈ ਕਿ ਮੈਂ ਇੱਕ ਫਲੂਐਂਟ ਸਪੀਕਰ ਬਣ ਚੁੱਕਿਆ ਫਰੈਂਚ ਲੈਂਗੁਏਜ ਦਾ, ਪਰ ਮੇਰੇ ਅੰਦਰ ਇੰਨਾ ਕੁ ਕੌਨਫੀਡੈਂਸ ਹੈਗਾ ਕਿ ਮੈਂ ਅੰਡਰਸਟੈਂਡ ਕਰ ਲੂੰਗਾ ਜੇ ਕੋਈ ਸ਼ੋਰਟ ਕਨਵਰਸੇਸ਼ਨ ਹੁੰਦੀ ਹੈ ਜਾਂ ਕੈਨੇਡਾ ਦਾ ਕੋਈ ਮਾਈਲਸਟੋਨ ਮੇਰੇ ਸਾਹਮਣੇ ਆਵੇ, ਅਤੇ ਜੇ ਮੇਰੇ ਕੋਲ ਉਸ ਟਾਈਮ 'ਤੇ ਕੋਈ ਚੋਇਸ ਨਾ ਹੋਵੇ ਕਿ ਮੇਰੇ ਕੋਲ ਅਨਦਰ ਲੈਂਗੁਏਜ ਦਾ ਮੈਂ ਯੂਜ਼ ਨਾ ਕਰ ਸਕਾਂ, ਤਾਂ ਮੈਂ ਇੰਨਾ ਕੁ ਅੰਡਰਸਟੈਂਡ ਇਹਨੂੰ ਕਰ ਲੂੰਗਾ। ਹੁਣ ਦੇਖੋ ਥੋੜ੍ਹਾ ਜਿਹਾ ਇਸ ਕਿਊ ਕਾਰਡ ਬਾਰੇ ਸਮਝੋ। ਜਿਵੇਂ ਕਿ ਮੇਰੀਆਂ ਕੁਛ ਔਨਲਾਈਨ ਸਪੀਕਿੰਗਸ ਦੇ ਅਕੋਰਡਿੰਗ ਮੈਨੂੰ ਕੁਛ ਸਟੂਡੈਂਟਸ ਨੇ, ਜਿਵੇਂ ਮੰਨ ਲਓ ਇੱਕ ਸਟੂਡੈਂਟ ਦਾ ਜੇ ਮੈਂ ਗੱਲ ਕਰਾਂ ਰੀਸੈਂਟ, ਉਹਨੇ ਮੈਨੂੰ ਸਪੈਨਿਸ਼ ਲੈਂਗੁਏਜ 'ਤੇ ਇੱਕ ਕਿਊ ਕਾਰਡ ਸੁਣਾਇਆ ਸੀ। ਮੈਂ ਐਪਰੀਸ਼ੀਏਟ ਕਰਦਾ, ਠੀਕ ਹੈ, ਜੇ ਕੋਈ ਆਪਣੇ ਐਫਰਟਸ ਕਰਦਾ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਆਪਣੇ ਐਫਰਟਸ ਕਰੋ, ਬਿਕੋਜ਼ ਐਂਡ ਆਫ ਟਾਈਮ ਹੈ ਤਾਂ ਤੁਹਾਡੇ ਐਗਜ਼ਾਮ ਇਹ। ਅਤੇ ਬਟ ਸਪੈਨਿਸ਼ ਦੇ ਵਿੱਚ ਜਿਵੇਂ ਉਸ ਦਾ ਇੱਕ ਮੋਟਿਵ ਉਹਨੇ ਸ਼ੋਅ ਕੀਤਾ ਕਿ ਡੈਸਪਾਸੀਟੋ ਸੌਂਗ 'ਤੇ ਇੱਕ ਮਨੀ ਹਾਈਸਟ ਦੀ ਇੱਕ ਜਿਹੜੀ ਵੈਬ ਸੀਰੀਜ਼ ਹੈਗੀ ਆ, ਉਸਨੇ ਉਸ ਦੇ ਅਕੋਰਡਿੰਗਲੀ ਮੈਨੂੰ ਇਹਦੇ ਬਾਰੇ ਦੱਸਿਆ। ਮੈਂ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਥੋੜ੍ਹਾ ਜਿਹਾ ਪਾਸੇ ਰਹਿਣ ਲਈ ਕਹੂੰਗਾ ਕਿ ਐਂਟਰਟੇਨਮੈਂਟ ਏਰੀਆ ਜਾਂ ਕੋਈ ਐਟ ਰੈਂਡਮ ਦੀਆਂ ਚੀਜ਼ਾਂ ਨੂੰ ਛੱਡ ਕੇ ਥੋੜ੍ਹਾ ਜਿਹਾ ਆਪਣੇ ਆਪਣੀ ਮੈਚਿਓਰਿਟੀ ਲੈਵਲ ਸ਼ੋਅ ਕਰੋ ਆਪਣੇ ਐਗਜ਼ਾਮੀਨਰ ਸਾਹਮਣੇ ਕਿ ਤੁਸੀਂ ਆਪਣੇ ਫਿਊਚਰ ਨੂੰ ਲੈ ਕੇ ਥੋੜ੍ਹਾ ਸੀਰੀਅਸ ਹੋ। ਤਾਂ ਇਹ ਲੈਂਗੁਏਜ ਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਥੋੜ੍ਹਾ ਜੋਬ ਅਪੋਰਚੁਨਿਟੀਜ਼ ਵਧਣਗੀਆਂ, ਉੱਥੇ ਤੁਹਾਡਾ ਇੱਕ ਸੋਸ਼ਲ ਸਰਕਲ ਤੁਹਾਡਾ ਇੰਪਰੂਵ ਹੋਊਗਾ। ਤਾਂ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਐਗਜ਼ਾਮੀਨਰ ਨੂੰ ਥੋੜ੍ਹੀਆਂ ਚੰਗੀਆਂ ਲੱਗ ਸਕਦੀਆਂ। ਹੁਣ ਜਿਹੜਾ ਇੱਕ ਕੁਐਸਚਨ ਮੇ ਬੀ ਕਿਤੇ ਨਾ ਕਿਤੇ ਆਪਣੇ ਚੋਂ ਕਿਸੇ ਸਟੂਡੈਂਟ ਦੇ ਅਰਾਈਜ਼ ਹੋ ਸਕਦਾ ਕਿ ਸਰ ਫਿਰ ਜੇ ਕਿਤੇ ਸਾਨੂੰ ਉਹਨਾਂ ਨੇ ਐਂ ਕਹਿਤਾ ਵੀ ਫਰੈਂਚ ਦੇ ਵਿੱਚ ਕੁਛ ਬੋਲ ਕੇ ਦਿਖਾ, ਜਾਂ ਉਹ ਫਰੈਂਚ ਬੋਲਣ ਲੱਗ ਗਏ। ਦੇਖੋ ਇੱਦਾਂ ਦਾ ਜਿਹੜਾ ਆਪਣਾ ਜੋ ਇਹ ਐਗਜ਼ਾਮ ਹੈ ਇਟਸ ਕੁਆਇਟ ਪ੍ਰੋਫੈਸ਼ਨਲ ਐਗਜ਼ਾਮ ਹੈ। ਇਹ ਇੱਦਾਂ ਦੀਆਂ ਬਚਕਾਨੀਆਂ ਹਰਕਤਾਂ ਉਹ ਨਹੀਂ ਕਰਦੇ ਹੁੰਦੇ ਤੁਹਾਡੇ ਨਾਲ, ਅਤੇ ਨਾ ਹੀ ਉਹ ਤੁਹਾਡੇ ਤੋਂ ਇਹਨਾਂ ਦੇ ਮੀਨਿੰਗਸ ਪਤਾ ਕਰਨਗੇ। ਚਲੋ ਫਿਰ ਵੀ ਐਨੀ ਹਾਓ ਇਹਨਾਂ ਦੇ ਮੀਨਿੰਗਸ ਜਿਹੜੇ ਹੈਗੇ ਨੋਰਮਲੀ ਤੁਹਾਨੂੰ ਗੂਗਲ 'ਤੇ ਮਿਲ ਜਾਣਗੇ ਜੇ ਸੈਲਫ ਸੈਟਿਸਫੈਕਸ਼ਨ ਲਈ ਕਹਿਣਾ। ਠੀਕ ਹੈ, ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਬੋਨਜੋਰ, ਇਹ ਆਪਾਂ ਕਿਸੇ ਨੂੰ ਜਦੋਂ ਗੁੱਡ ਮਾਰਨਿੰਗ ਕਹਿਣਾ ਹੋਵੇ ਜਾਂ ਹੈਲੋ ਕਹਿਣਾ ਹੋਵੇ ਉਦੋਂ ਯੂਜ਼ ਕਰ ਸਕਦੇ ਹਾਂ। ਮਰਸੀ ਜਿਹੜਾ ਇਹ ਵਾਲਾ ਵਰਡ ਹੈ, ਇਹ ਜਦੋਂ ਆਪਾਂ ਫਰੈਂਚ ਦੇ ਵਿੱਚ ਥੈਂਕ ਯੂ ਕਹਿੰਦੇ ਹਾਂ ਤਾਂ ਉਦੋਂ ਇਸ ਦੀ ਆਪਾਂ ਹੈਲਪ ਲੈਂਦੇ ਹੁੰਦੇ ਹਾਂ। ਜਿਹੜਾ ਆਪਾਂ ਬੈਲ ਇਹ ਵਾਲੇ ਵਰਡ ਦੀ ਗੱਲ ਕਰੀਏ ਤਾਂ ਕਿਸੇ ਨੂੰ ਬਿਊਟੀਫੁਲ ਕਹਿਣਾ ਤਾਂ ਉਦੋਂ ਇਹਦੀ ਕੰਮ ਹੈ। ਜਿਹੜਾ ਆਪਾਂ ਉਸ ਤੋਂ ਬਾਅਦ ਥਾਂ ਇਹ ਵਾਲਾ ਵਰਡ ਜਿਹੜਾ ਬੋਲਿਆ ਤਾਂ ਇਹ ਇੱਕ ਟਾਈਮ ਨੂੰ ਰੀਪ੍ਰਜੈਂਟ ਕਰਦਾ। ਜਦੋਂ ਆਪਾਂ ਟਾਈਮ ਪੁੱਛਣਾ ਹੋਵੇ ਜਾਂ ਟਾਈਮ ਦੱਸਣਾ ਹੋਵੇ ਤਾਂ ਇਹ ਕੁਛ ਵਰਡਸ ਨੇ ਤੁਹਾਡੇ ਨੋਰਮਲ ਜਿਹੇ ਵਰਡ ਹੈ, ਥੋੜ੍ਹੀ ਜਿਹੀ ਮਿਹਨਤ ਤਾਂ ਕਰਨੀ ਪੈਣੀ ਹੈ। ਠੀਕ ਹੈ, ਜੇ ਬੈਂਚ ਸਕੋਰ ਲੈਣੇ ਆ ਤਾਂ
ਤੁਸੀਂ ਪਲੀਜ਼ ਇਸ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰਿਓ। ਮੈਂ ਤਾਂ ਆਪਦੇ ਵੱਲੋਂ ਜਿੰਨਾ ਕਰ ਸਕਦਾ ਠੀਕ ਹੈ ਕੀਤਾ, ਤਾਂ ਆਈ ਹੋਪ ਤੁਹਾਨੂੰ ਈਜ਼ੀ ਲੱਗਿਆ ਹੋਊਗਾ। ਹੁਣ ਆਪਾਂ ਆਪਣੇ ਫੋਲੋਅਪ ਸੈਕਸ਼ਨ ਤੇ ਚੱਲਦੇ ਹਾਂ। ਦੇਖੋ ਫੋਲੋਅਪ ਸੈਕਸ਼ਨ ਜਿਹੜਾ ਹੈਗਾ ਇਹਦੇ ਵਿੱਚ ਵੀ ਇੱਕ ਸਲਾਈਡ ਜੀ ਮੈਨੂੰ ਕਨਫਿਊਜ਼ਨ ਜਿਹੜੀ ਫੇਸ ਮੈਂ ਕੀਤੀ ਕਿ ਇਹਦੇ ਨਾਲ ਕੁਐਸਚਨਸ ਜਿਹੜੇ ਹੈਗੇ ਉਹ ਸਲਾਈਡ ਜੇ ਕਨਫਿਊਜ਼ਿਵ ਨੇ। ਜਿਵੇਂ ਪਹਿਲਾਂ ਆਪਾਂ ਕੁਐਸਚਨ ਰੀਡ ਕਰਦੇ ਹਾਂ, ਫਿਰ ਉਹ ਤੋਂ ਬਾਅਦ ਸਮਝ ਆ ਜਾਊਗਾ ਤੁਹਾਨੂੰ। ਵਾਟ ਡਿਫੀਕਲਟੀਜ਼ ਡੂ ਪੀਪਲ ਫੇਸ ਵੈਨ ਲਰਨਿੰਗ ਅ ਲੈਂਗੁਏਜ। ਸਿੰਪਲ ਜਿਹਾ ਕੁਐਸਚਨ ਉਹਨਾਂ ਨੇ ਪੰਜਾਬੀ ਜਦੋਂ ਆਪਾਂ ਦੀ ਸਟ੍ਰੇਟ ਜੀ ਬਣਾਉਂਦੇ ਹਾਂ ਤਾਂ ਇੱਕੋ ਹੀ ਗੱਲ ਪਤਾ ਲੱਗਦੀ ਹੈ ਕਿ ਕੀ ਪੁੱਛਿਆ ਹੋਇਆ ਹੈ ਵੀ ਜਦੋਂ ਕੋਈ ਪਰਸਨ ਇੱਕ ਲੈਂਗੁਏਜ ਸਿੱਖਦਾ ਤਾਂ ਉਹਨੂੰ ਕਿਹੜੀਆਂ ਉਹਨੂੰ ਡਿਫੀਕਲਟੀਜ਼ ਆਉਂਦੀਆਂ ਨੇ। ਪਰ ਜੇ ਹੁਣ ਮੰਨ ਲਓ ਇਸ ਦੇ ਵਿੱਚ ਆਪਾਂ ਇਸ ਨੂੰ ਕੰਸੀਡਰ ਕਰੀਏ ਵੀ ਅਨਦਰ ਲੈਂਗੁਏਜ ਦੇ ਅਕੋਰਡਿੰਗਲੀ ਤਾਂ ਇਹਦਾ ਆਨਸਰ ਹੋਰ ਬਣੂਗਾ, ਪਰ ਇਹਨਾਂ ਨੇ ਅਨਦਰ ਲੈਂਗੁਏਜ ਕਿਹਾ ਨਹੀਂ ਹੋਇਆ। ਇਹਨਾਂ ਨੇ ਕਿਹਾ ਵੀ ਭਾਸ਼ਾ ਸਿੱਖਦਾ, ਭਾਸ਼ਾ ਤਾਂ ਫਿਰ ਕੋਈ ਵੀ ਹੋ ਸਕਦੀ, ਤਾਂ ਇਹਦਾ ਆਨਸਰ ਉਸ ਹਿਸਾਬ ਨਾਲ ਬਣਾਇਆ ਹੋਇਆ। ਤਾਂ ਆਨਸਰ ਦੇਖਦੇ ਹਾਂ। ਵੈਲ ਆਈ ਥਿੰਕ ਦ ਮੋਸਟ ਜਾਇੰਟ obstacle is clarity of pronunciation, and somewhere different rules of sentence formation can be the nightmare for any novice in learning a language. ਮੈਨੂੰ ਲੱਗਦਾ ਹੈ ਵੀ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈਗੀ ਹੈ ਉਹ ਵਰਡਸ ਨੂੰ ਪ੍ਰੋਨਾਊਂਸ ਕਰਨ ਦੇ ਅੰਦਰ ਜਿਹੜੀ ਕਲੈਰਿਟੀ ਲੈ ਕੇ ਆਉਣੀ ਹੁੰਦੀ ਹੈ ਉਹਦੀ ਹੈ। ਤੇ ਕਿਤੇ ਨਾ ਕਿਤੇ ਜਿਹੜੇ ਰੂਲਸ ਹੁੰਦੇ ਆ ਸੈਂਟੈਂਸ ਫਾਰਮੇਸ਼ਨ ਦੇ, ਟੈਂਸਿਸ, ਗ੍ਰਾਮਰ, ਜਿਵੇਂ ਹਰੇਕ ਲੈਂਗੁਏਜ ਦਾ ਆਪਦਾ ਇੱਕ ਗ੍ਰਾਮਰ ਪੋਰਸ਼ਨ ਹੁੰਦਾ, ਤਾਂ ਕਿਤੇ ਨਾ ਕਿਤੇ ਉਹ ਤੰਗ ਕਰਦੇ ਆ। ਨਾਈਟਮੇਅਰ ਦੀ ਤਰ੍ਹਾਂ, ਬੁਰੇ ਸੁਪਨੇ ਦੀ ਤਰ੍ਹਾਂ ਕਿਸੇ ਨੋਵਾਈਸ ਮਤਲਬ ਬਿਗਨਰ ਦੇ ਲਈ ਜਦੋਂ ਉਹਨੇ ਕੋਈ ਭਾਸ਼ਾ ਸਿੱਖਣੀ ਹੋਵੇ। ਸੈਕਿੰਡ ਕੁਐਸਚਨ, ਵਾਟਸ ਦਾ ਬੈਸਟ ਵੇ ਟੂ ਲਰਨ ਅ ਲੈਂਗੁਏਜ। ਹੁਣ ਦੇਖੋ ਮੈਂ ਇਹਦੀ ਫੇਰ ਸਟ੍ਰੇਟ ਪੰਜਾਬੀ ਬਣਾਉਂਗਾ ਤਾਂ ਇਹਦੀ ਪੰਜਾਬੀ ਕੀ ਹੈ ਕਿ ਸਭ ਤੋਂ ਵਧੀਆ ਤਰੀਕਾ ਕੀ ਹੈ ਭਾਸ਼ਾ ਨੂੰ ਸਿੱਖਣ ਦਾ। ਬਟ ਜੇ ਹੁਣ ਇਹਦੇ ਵਿੱਚ ਆਪਾਂ ਕਹੀਏ ਕਿ ਕਿਸੇ ਅਨਦਰ ਭਾਸ਼ਾ ਨੂੰ ਸਿੱਖਣ ਦਾ, ਫਿਰ ਇਹ ਕੁਐਸਚਨ ਬਿਲਕੁਲ ਚੇਂਜ ਹੋ ਜਾਣਾ। ਬਟ ਮੈਂ ਜਿਵੇਂ ਕੁਐਸਚਨ ਲਿਖਿਆ ਹੋਇਆ ਮੈਂ ਉਹਦੇ ਹਿਸਾਬ ਨਾਲ ਆਨਸਰ ਦੇ ਰਿਹਾ। ਅਕੋਰਡਿੰਗ ਟੂ ਮਾਈ ਓਨ ਮਾਈਂਡ, ਹੈਵਿੰਗ ਅ ਫੇਥ ਇਨ ਓਨ ਸੈਲਫ ਕੈਨ ਬੀ ਦ ਬੈਸਟ ਪੈਨੇਸੀਆ as well as core practice could be helpful to provide grip over any language. ਮੇਰੇ ਹਿਸਾਬ ਨਾਲ ਆਪਣੇ ਆਪ ਤੇ ਯਕੀਨ ਕਰਨਾ ਸਭ ਤੋਂ ਵੱਡਾ ਇਲਾਜ ਹੋ ਸਕਦਾ ਹੈ। ਇਹਨੂੰ ਤੁਸੀਂ ਰਾਮਬਾਣ ਕਹਿ ਸਕਦੇ ਹੋ, ਪੈਨੇਸੀਆ ਮਤਲਬ ਕਿਸੇ ਚੀਜ਼ ਦੀ ਰੈਮੇਡੀ, ਠੀਕ ਹੈ, ਤਾਂ ਸਭ ਤੋਂ ਵੱਡਾ ਇਲਾਜ ਹੈ। ਅਤੇ ਇਹਦੇ ਨਾਲ ਹੀ ਕੋਰ ਪ੍ਰੈਕਟਿਸ ਮਤਲਬ ਪੂਰਾ ਉਹਦੇ ਵਿੱਚ ਰੁੱਝ ਜਾਣਾ, ਖੁੱਭ ਜਾਣਾ, ਇਹ ਬਹੁਤ ਹੈਲਪਫੁਲ ਹੁੰਦੀ ਹੈ ਜੇ ਆਪਾਂ ਨੇ ਕਿਸੇ ਭਾਸ਼ਾ ਦੇ ਉੱਪਰ ਆਪਣਾ ਪਕੜ ਨੂੰ ਮਜ਼ਬੂਤ ਕਰਨਾ ਹੋਵੇ। ਹੁਣ ਥਰਡ ਕੁਐਸਚਨ 'ਤੇ ਚੱਲਦੇ ਹਾਂ। ਡੂ ਯੂ ਥਿੰਕ ਲੈਂਗੁਏਜ ਲਰਨਿੰਗ ਇਜ਼ ਇੰਪੋਰਟੈਂਟ? ਵਾਈ? ਕੀ ਤੁਹਾਨੂੰ ਲੱਗਦਾ ਭਾਸ਼ਾ ਨੂੰ ਸਿੱਖਣਾ ਜ਼ਰੂਰੀ ਹੈ ਅਤੇ ਕਿਉਂ? ਹੁਣ ਦੇਖੋ ਇੱਥੇ ਵੀ ਜੇ ਆਪਾਂ ਦੇਖਦੇ ਹਾਂ ਤਾਂ ਅਨਦਰ ਲੈਂਗੁਏਜ ਇਹਦੇ ਵਿੱਚ ਵਰਡ ਪਾਇਆ ਹੁੰਦਾ ਤਾਂ ਹੋਰ ਪਾਸੇ ਲੈ ਜਾਂਦਾ ਆਪਾਂ ਨੂੰ ਆਨਸਰ। ਬਟ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ, ਜਿਵੇਂ ਮੇਰੇ ਸਾਹਮਣੇ ਲਿਖਿਆ ਮੈਂ ਉਸ ਹਿਸਾਬ ਨਾਲ ਇਹਦਾ ਆਨਸਰ ਬਣਾ ਰਿਹਾ। ਓਨੈਸਟਲੀ ਸਪੀਕਿੰਗ, we can't consider this society without any language. Even I can say our life is like a bird without wings if we don't know any language. Consequently, language learning is prime need of every human being. ਇਮਾਨਦਾਰੀ ਨਾਲ ਬੋਲਦੇ ਹੋਏ ਅਸੀਂ ਇਹ ਕੰਸੀਡਰ ਕਰ ਸਕਦੇ ਹਾਂ ਕਿ ਇਹ ਸੁਸਾਇਟੀ ਜਿਹੜੀ ਹੈਗੀ ਹੈ ਇਹਨੂੰ ਇਮੇਜਿਨ ਵੀ ਨਹੀਂ ਕਰ ਸਕਦੇ, ਠੀਕ ਹੈ, ਬਿਨਾਂ ਕਿਸੇ ਭਾਸ਼ਾ ਤੋਂ। ਈਵਨ ਮੈਂ ਇਹ ਵੀ ਕਹਿ ਸਕਦਾ ਕਿ ਬੰਦੇ ਦੀ ਜ਼ਿੰਦਗੀ ਜਾਂ ਇਨਸਾਨ ਦੀ ਜ਼ਿੰਦਗੀ ਬਿਨਾਂ ਭਾਸ਼ਾ ਤੋਂ ਬਿਲਕੁਲ ਉਵੇਂ ਹੈ ਜਿਵੇਂ ਕੋਈ ਪੰਛੀ ਬਿਨਾਂ ਖੰਭਾਂ ਤੋਂ ਹੋਵੇ। ਇਸ ਲਈ ਭਾਸ਼ਾ ਨੂੰ ਸਿੱਖਣਾ ਸਭ ਤੋਂ ਮੁੱਖ ਜ਼ਰੂਰਤ ਹੈ ਕਿਸੇ ਵੀ ਇਨਸਾਨ ਦੇ ਲਈ। ਲਾਸਟ ਕੁਐਸਚਨ ਜੀ, ਵਿਚ ਇਜ਼ ਬੈਟਰ ਟੂ ਸਟੱਡੀ ਅਲੋਨ ਔਰ ਟੂ ਸਟੱਡੀ ਇਨ ਅ ਗਰੁੱਪ? ਵਾਈ? ਕੀ ਜ਼ਿਆਦਾ ਬੈਟਰ ਹੈ, ਇਕੱਲੇ ਪੜ੍ਹਨਾ ਜਾਂ ਗਰੁੱਪ ਦੇ ਵਿੱਚ ਪੜ੍ਹਨਾ, ਅਤੇ ਕਿਉਂ? ਹੁਣ ਇਸ ਦੇ ਵਿੱਚ ਵੀ ਜੇ ਆਪਾਂ ਦੇਖਦੇ ਹਾਂ ਨਾ ਤਾਂ ਆਪਾਂ ਨੂੰ ਕਲੀਅਰ ਕੀਤਾ ਹੋਇਆ ਵੀ ਲਾਈਕ ਕਿ ਕਿਸੇ ਭਾਸ਼ਾ ਦੇ ਅਕੋਰਡਿੰਗ ਸਟੱਡੀ ਕਰਨਾ, ਨਾ ਸਬਜੈਕਟਸ ਦੇ ਅਕੋਰਡਿੰਗ ਸਟੱਡੀ ਕਰਨਾ, ਕਿਉਂਕਿ ਦੋਨਾਂ ਦਾ ਜਿਹੜਾ ਹੈਗਾ ਮੈਥਡ ਡਿਫਰੈਂਟ ਹੁੰਦਾ। ਤਾਂ ਮੈਂ ਉਹਨਾਂ ਨੂੰ ਫਿਰ ਇੱਕ ਡਿਪਲੋਮੇਸੀ ਦੇ ਅਕੋਰਡਿੰਗਲੀ ਡਿਪਲੋਮੈਟਿਕ ਜੇ ਇੱਕ ਆਨਸਰ ਬਣਾਇਆ ਤਾਂ ਪਲੀਜ਼ ਉਹਦੇ ਹਿਸਾਬ ਨਾਲ ਦੇਖ ਲਓ। ਵੈਲ, ਇਟ ਡਿਪੈਂਡਸ ਅਪੋਨ ਦ ਰਿਕੁਆਇਰਮੈਂਟ ਆਫ ਸਟੱਡੀ। If anyone is following any theoretical part, then isolation can help more, but language studies need a group of same learners to create the aura of same sentence practices and more conversations. ਇਹ ਡਿਪੈਂਡ ਕਰਦਾ ਜੀ ਰਿਕੁਆਇਰਮੈਂਟ ਸਟੱਡੀ ਦੀ ਕੀ ਹੈ। ਜੇ ਕੋਈ ਪਰਸਨ ਕਿਸੇ ਥਿਓਰੀਟੀਕਲ ਸਬਜੈਕਟ ਨੂੰ ਪੜ੍ਹ ਰਿਹਾ ਤਾਂ ਇਕੱਲਾ ਰਹਿ ਕੇ ਪੜ੍ਹੇ, ਜ਼ਿਆਦਾ ਹੈਲਪ ਮਿਲਦੀ ਹੈ। ਪਰ ਜੇ ਉਹ ਲੈਂਗੁਏਜ ਕਿਸੇ ਭਾਸ਼ਾ ਸੰਬੰਧੀ ਸਟੱਡੀ ਦੇ ਵਿੱਚ ਹੈ ਫਿਰ ਉਹਨੂੰ ਉਹਦੇ ਵਰਗੇ ਸੇਮ ਲਰਨਰਸ ਜਿਹੜੇ ਸੇਮ ਭਾਸ਼ਾ ਨੂੰ ਸਿੱਖਣਾ ਚਾਹੁੰਦੇ ਹੈ ਉਹਨਾਂ ਦੀ ਗਰੁੱਪ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਜੋ ਕ੍ਰੀਏਟ ਹੋ ਸਕੇ ਇੱਦਾਂ ਦਾ ਇਨਵਾਇਰਮੈਂਟ ਜਿਹਦੇ ਵਿੱਚ ਸੇਮ ਸੈਂਟੈਂਸ ਪ੍ਰੈਕਟਿਸ ਚੱਲੇ ਉਹਨਾਂ ਦੀ ਅਤੇ ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਹੋ ਸਕੇ। ਠੀਕ ਹੈ, ਇਹ ਕਿਊ ਕਾਰਡ ਤੁਹਾਡਾ। ਤਾਂ ਮੈਂ ਫਿਰ ਐਜ਼ ਅ ਗਾਈਡ ਮੈਂ ਤੁਹਾਨੂੰ ਇੱਕ ਸੁਜੈਸ਼ਨ ਦਊਂਗਾ
ਰਾਦਰ ਦੈਨ ਕੋਈ ਇੱਧਰੋਂ ਉੱਧਰੋਂ ਕਿਸੇ ਵੀ ਭਾਸ਼ਾ 'ਤੇ ਬੋਲਣ ਤੋਂ ਪਲੀਜ਼ ਉਸ ਭਾਸ਼ਾ 'ਤੇ ਫੋਕਸ ਕਰਿਓ ਜਿਹੜੀ ਤੁਹਾਡੀ ਫਿਊਚਰ ਦੇ ਵਿੱਚ ਤੁਸੀਂ ਸ਼ੋਅ ਕਰ ਸਕੋਗੇ, ਤੁਹਾਡੀ ਹੈਲਪ ਕਰੂਗੀ ਇਨ ਯੂਰ ਕੈਨੇਡਾ ਏਰੀਆ। ਫਰੈਂਚ ਲੈਂਗੁਏਜ ਤੁਹਾਨੂੰ ਜੋਬ ਦੀਆਂ ਪੋਸੀਬਿਲਿਟੀਜ਼ ਵੀ ਵਧਾ ਦਿੰਦੀ ਹੈ, PR ਦੇ ਵਿੱਚ ਵੀ ਇਹ ਇੱਕ ਹੈਲਪ ਕਰਦੀ ਹੈ। ਤਾਂ ਮੈਂ ਫਰੈਂਚ ਨੂੰ ਹੀ ਇਹਦੇ ਵਿੱਚ ਪ੍ਰਾਈਮ ਪਾਰਟ 'ਤੇ ਰੱਖਿਆ ਹੋਇਆ। ਹੋਪ ਤੁਹਾਨੂੰ ਪਸੰਦ ਆਊਗਾ। ਠੀਕ ਹੈ, ਵਰਡਿੰਗ ਟਰਾਈ ਕੀਤੀ ਹੈ ਜਿੰਨੀ ਸੌਖੀ ਰੱਖ ਸਕੀਏ। ਜਿਹੜੇ ਇਹਦੇ ਫਰੈਂਚ ਵਰਡ ਸੀਗੇ ਥੋੜ੍ਹਾ ਜਿਹਾ ਗੂਗਲ 'ਤੇ ਐਫਰਟਸ ਆਪ ਕਰ ਲਿਓ। ਜੇ ਪ੍ਰੋਨੰਸੀਏਸ਼ਨ ਦੇ ਵਿੱਚ ਐਨੀ ਆਓ, ਮੈਨੂੰ ਕਿਹੜਾ ਫਰੈਂਚ ਆਉਂਦੀ ਹੈ, ਮੇਰੇ ਵੀ ਕੋਈ ਫਰਕ ਹੋ ਸਕਦਾ ਹੈ, ਤਾਂ ਆਪ ਵੀ ਜ਼ਰੂਰ ਦੇਖ ਲਓ ਇੱਕ ਵਾਰ। ਠੀਕ ਹੈ, ਅਤੇ ਬਾਕੀ ਕੋਈ ਕੁਐਰੀ ਹੋਈ ਨੰਬਰ ਤੁਹਾਡੇ ਸਾਹਮਣੇ ਹੈ, ਪਲੀਜ਼ ਇਸ 'ਤੇ ਕੁਐਰੀ ਕਰ ਸਕਦੇ ਹੋ WhatsApp ਥਰੂ। ਓਕੇ ਜੀ, ਬੈਸਟ ਆਫ ਲੱਕ।